ਚਲੋ ਇੱਕ ਅਜੀਬ ਜੀ ਸਥਿਤੀ ਬਾਰੇ ਸੋਚਦੇ ਹਾਂ। ਇੱਕ ਸਾਮਰਾਜ ਆਪਣੀ ਪੂਰੀ ਤਾਕਤ ਤੇ ਹੈ, ਉਸੇ ਸਾਮਰਾਜ ਦਾ ਇੱਕ ਵੱਡਾ ਅਫਸਰ ਇੱਕ ਰਿਪੋਰਟ ਲਿਖਦਾ ਹੈ, ਪਰ ਉਹ ਰਿਪੋਰਟ ਸਾਮਰਾਜ ਦੀ ਤਾਰੀਫ ਨਹੀਂ ਕਰਦੀ, ਸਗੋਂ ਉਸ ਤੇ ਇੱਕ ਪੂਰੀ ਸੱਭਿਆਚਾਰਕ ਵਿਰਾਸਤ ਨੂੰ ਤਬਾਹ ਕਰਨ ਦਾ ਇਲਜ਼ਾਮ ਲਾਉਂਦੀ ਹੈ। ਹੈ ਨਾ ਅਜੀਬ? ਇਹ ਹੋਇਆ ਕਿਵੇਂ? ਆਪਾਂ ਗੱਲ ਕਰ ਰਹੇ ਹਾਂ ਸਾਲ 1882 ਦੀ। ਪੰਜਾਬ ਤੇ ਬ੍ਰਿਟਿਸ਼ ਰਾਜ ਦੀ ਪਕੜ ਲੋਹੇ ਵਰਗੀ ਮਜ਼ਬੂਤ ਹੈ। ਸਿੱਖ ਸਾਮਰਾਜ ਦੇ ਖਾਤਮੇ ਨੂੰ 30 ਸਾਲ ਤੋਂ ਵੱਧ ਹੋ ਚੁੱਕੇ ਨੇ। ਹਰ ਪਾਸੇ ਪ੍ਰਸ਼ਾਸਨ ਤੋਂ ਲੈ ਕੇ ਪੜ੍ਹਾਈ ਤੱਕ ਬਸਤੀਵਾਦੀ ਤਾਕਤ ਦਾ ਅਸਰ ਸਾਫ਼-ਸਾਫ਼ ਦਿਸ ਰਿਹਾ ਹੈ। ਤੇ ਫਿਰ ਇਸੇ ਤਾਕਤਵਰ ਢਾਂਚੇ ਦੇ ਅੰਦਰੋਂ ਇੱਕ ਹੈਰਾਨ ਕਰਨ ਵਾਲੀ ਆਵਾਜ਼ ਉੱਠਦੀ ਹੈ। G.W. ਲਾਈਟਨਰ, ਇੱਕ ਸੀਨੀਅਰ ਬ੍ਰਿਟਿਸ਼ ਸਿੱਖਿਆ ਸ਼ਾਸਤਰੀ, ਆਪਣੀ ਹੀ ਸਰਕਾਰ ਤੇ ਇਲਜ਼ਾਮ ਲਾਉਂਦਾ ਹੈ ਕਿ ਉਸਨੇ ਇੱਕ ਵੱਧਦੀ-ਫੁੱਲਦੀ ਸਵਦੇਸ਼ੀ ਪ੍ਰਣਾਲੀ ਦਾ ਖਾਤਮਾ ਕਰ ਦਿੱਤਾ ਹੈ। ਦੇਖੋ, ਇਹ ਸਿਰਫ ਕੋਈ ਨੁਕਤਾਚੀਨੀ ਨਹੀਂ ਸੀ, ਇਹ ਤਾਂ ਸਿੱਧਾ-ਸਿੱਧਾ ਦੋਸ਼ ਸੀ। ਤਾਂ ਫਿਰ ਸਵਾਲ ਇਹ ਉੱਠਦਾ ਹੈ, ਕੌਣ ਸੀ ਇਹ ਬੰਦਾ G.W. ਲਾਈਟਨਰ? ਤੇ ਕਿਉਂ 100 ਸਾਲ ਤੋਂ ਵੀ ਵੱਧ ਸਮੇਂ ਬਾਅਦ ਉਸ ਦੀ ਰਿਪੋਰਟ ਨੂੰ ਅੱਜ ਵੀ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਇੱਕ ਅਜਿਹੇ ਗਵਾਹ ਵਜੋਂ ਦੇਖਿਆ ਜਾਂਦਾ ਹੈ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ? ਆਓ ਇਸੇ ਗੱਲ ਦੀ ਤਹਿ ਤੱਕ ਚਲੀਏ। ਤਾਂ ਫਿਰ ਕਹਾਣੀ ਸ਼ੁਰੂ ਹੁੰਦੀ ਹੈ ਉਸ ਸ਼ਖਸ ਤੋਂ ਜਿਸਨੇ ਸਿਸਟਮ ਦੇ ਅੰਦਰ ਰਹਿ ਕੇ ਹੀ ਉਸ ਦੇ ਖਿਲਾਫ ਸਭ ਤੋਂ ਵੱਡਾ ਸਬੂਤ ਤਿਆਰ ਕਰ ਦਿੱਤਾ। ਦੇਖੋ, ਗੌਟਲੀਬ ਵਿਲਹੈਲਮ ਲਾਈਟਨਰ ਕੋਈ ਬਾਹਰਲਾ ਬੰਦਾ ਨਹੀਂ ਸੀ, ਉਹ ਤਾਂ ਬਸਤੀਵਾਦੀ ਸਿੱਖਿਆ ਸਿਸਟਮ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਸੀ। ਇੱਕ ਮੰਨਿਆ-ਪ੍ਰਮੰਨਿਆ ਭਾਸ਼ਾ ਵਿਗਿਆਨੀ, ਲਾਹੌਰ ਦੇ ਓਰੀਐਂਟਲ ਕਾਲਜ ਦਾ ਪਹਿਲਾ ਪ੍ਰਿੰਸੀਪਲ ਤੇ ਅੰਜੁਮਨ-ਏ-ਪੰਜਾਬ ਵਰਗੀਆਂ ਵੱਡੀਆਂ ਸਭਾਵਾਂ ਦਾ ਮੋਢੀ। ਮਤਲਬ ਜੋ ਕੁਝ ਵੀ ਹੋ ਰਿਹਾ ਸੀ ਉਹ ਬਿਲਕੁਲ ਸਾਹਮਣੇ ਬੈਠ ਕੇ ਦੇਖ ਰਿਹਾ ਸੀ। ਪਰ ਲਾਈਟਨਰ ਦੀ ਰਿਪੋਰਟ ਨੂੰ ਸਹੀ ਮਾਇਨਿਆਂ ਵਿੱਚ ਸਮਝਣ ਲਈ ਸਾਨੂੰ ਪਹਿਲਾਂ ਉਸ ਦੁਨੀਆ ਨੂੰ ਸਮਝਣਾ ਪਵੇਗਾ ਜਿਸ ਦੇ ਖਤਮ ਹੋਣ ਦੀ ਉਹ ਗੱਲ ਕਰ ਰਿਹਾ ਸੀ। ਆਖਿਰ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਸੀ ਕਿਹੋ ਜਿਹੀ? ਕਈ ਸਾਲਾਂ ਬਾਅਦ ਮਹਾਤਮਾ ਗਾਂਧੀ ਨੇ ਇਸੇ ਨੁਕਸਾਨ ਨੂੰ ਸਮਝਾਉਣ ਲਈ ਇੱਕ ਬੜਾ ਖੂਬਸੂਰਤ ਸ਼ਬਦ ਵਰਤਿਆ। ਉਹਨਾਂ ਨੇ ਭਾਰਤ ਦੀ ਸਵਦੇਸ਼ੀ ਸਿੱਖਿਆ ਪ੍ਰਣਾਲੀ ਨੂੰ ਇੱਕ ਸੁੰਦਰ ਰੁੱਖ ਕਿਹਾ, ਜਿਸ ਨੂੰ ਅੰਗਰੇਜ਼ਾਂ ਨੇ ਜੜੋਂ ਪੁੱਟ ਦਿੱਤਾ। ਤੇ ਲਾਈਟਨਰ ਦੀ ਰਿਪੋਰਟ ਇੱਕ ਤਰ੍ਹਾਂ ਨਾਲ ਇਸੇ ਗੱਲ ਦਾ ਪੂਰਾ ਲੇਖਾ-ਜੋਖਾ ਹੈ ਕਿ ਪੰਜਾਬ ਵਿੱਚ ਇਹ ਰੁੱਖ ਕਿੰਨਾ ਹਰਾ-ਭਰਾ ਤੇ ਫਲਦਾਰ ਸੀ। ਜਦੋਂ ਆਪਾਂ ਦੋਵਾਂ ਸਿਸਟਮਾਂ ਨੂੰ ਨਾਲ-ਨਾਲ ਰੱਖ ਕੇ ਦੇਖਦੇ ਹਾਂ ਤਾਂ ਫਰਕ ਜ਼ਮੀਨ-ਆਸਮਾਨ ਦਾ ਹੈ। ਇੱਕ ਪਾਸੇ ਸਿੱਖ ਸਾਮਰਾਜ ਵਾਲਾ ਸਿਸਟਮ ਸੀ ਜੋ ਭਾਈਚਾਰੇ ਲਈ ਸੀ, ਭਾਈਚਾਰੇ ਵੱਲੋਂ ਚਲਾਇਆ ਜਾਂਦਾ ਸੀ, ਜਿਸ ਦਾ ਮਕਸਦ ਸੀ ਇੱਕ ਸੰਪੂਰਨ ਇਨਸਾਨ ਤਿਆਰ ਕਰਨਾ। ਦੂਜੇ ਪਾਸੇ ਬ੍ਰਿਟਿਸ਼ ਸਿਸਟਮ, ਉਹ ਤਾਂ ਬਸ ਪ੍ਰਸ਼ਾਸਨ ਲਈ ਕਲਰਕ ਪੈਦਾ ਕਰਨ ਵਾਲੀ ਇੱਕ ਫੈਕਟਰੀ ਸੀ। ਉਸ ਪੁਰਾਣੇ ਸਿਸਟਮ ਦੇ ਦਿਲ ਵਿੱਚ ਗਿਆਨ ਤੇ ਸੱਚ ਆਚਾਰ ਦਾ ਸਿਧਾਂਤ ਸੀ। ਇਸ ਨੂੰ ਇੰਜ ਸਮਝੋ, ਪੜ੍ਹਾਈ ਦਾ ਮਤਲਬ ਸਿਰਫ ਤੱਥ ਰਟਣਾ ਨਹੀਂ ਸੀ। ਅਸਲ ਮਕਸਦ ਤਾਂ ਗਿਆਨ ਦੀ ਵਰਤੋਂ ਕਰਕੇ ਇੱਕ ਸੱਚਾ ਤੇ ਨੇਕ ਜੀਵਨ ਜਿਉਣਾ ਸੀ। ਰੂਹਾਨੀ ਤੇ ਦੁਨਿਆਵੀ ਗਿਆਨ ਵੱਖ-ਵੱਖ ਨਹੀਂ ਸਨ, ਸਗੋਂ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ। ਤੇ ਆਪਾਂ ਕਿਸੇ ਛੋਟੇ-ਮੋਟੇ ਸਿਸਟਮ ਦੀ ਗੱਲ ਨਹੀਂ ਕਰ ਰਹੇ। ਲਾਈਟਨਰ ਦੇ ਆਪਣੇ ਅੰਕੜਿਆਂ ਮੁਤਾਬਿਕ ਬ੍ਰਿਟਿਸ਼ ਕਬਜ਼ੇ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਵਿੱਚ ਲਗਭਗ 3,30,000 ਵਿਦਿਆਰਥੀ ਸਨ। ਇਹ ਇੱਕ ਬਹੁਤ ਵੱਡਾ, ਚੰਗੀ ਤਰ੍ਹਾਂ ਚੱਲ ਰਿਹਾ ਨੈਟਵਰਕ ਸੀ ਜੋ ਸਮਾਜ ਦੀਆਂ ਜੜ੍ਹਾਂ ਤੱਕ ਫੈਲਿਆ ਹੋਇਆ ਸੀ। ਤਾਂ ਫਿਰ ਇੰਨਾ ਵੱਡਾ ਸਿਸਟਮ ਢਹਿ-ਢੇਰੀ ਕਿਵੇਂ ਹੋ ਗਿਆ? ਖੈਰ, ਲਾਈਟਨਰ ਨੇ ਇਸ ਦੀ ਪੂਰੀ ਕਹਾਣੀ ਕਦਮ ਦਰ ਕਦਮ ਦਰਜ ਕੀਤੀ ਹੈ। ਇਹ ਇੱਕ 3-ਪਾਸੜ ਹਮਲਾ ਸੀ। ਪਹਿਲਾਂ ਉਹਨਾਂ ਨੇ ਪੈਸਾ ਬੰਦ ਕਰ ਦਿੱਤਾ। ਉਹ ਜ਼ਮੀਨੀ ਗ੍ਰਾਂਟਾਂ ਵਾਪਸ ਲੈ ਲਈਆਂ ਜਿਨ੍ਹਾਂ ਨਾਲ ਪੀੜ੍ਹੀਆਂ ਤੋਂ ਸਕੂਲ ਚੱਲ ਰਹੇ ਸਨ। ਦੂਜਾ, ਉਹਨਾਂ ਨੇ ਕਾਗਜ਼ੀ ਕਾਰਵਾਈਆਂ ਨਾਲ ਗਲਾ ਘੁੱਟ ਦਿੱਤਾ, ਅਜਿਹੇ ਨਿਯਮ ਬਣਾਏ ਕਿ ਪੁਰਾਣੇ ਸਕੂਲ ਗ੍ਰਾਂਟ ਲੈ ਹੀ ਨਹੀਂ ਸਕੇ। ਤੇ ਤੀਜਾ, ਉਹਨਾਂ ਨੇ ਸਿਖਾਈਆਂ ਜਾ ਰਹੀਆਂ ਗੱਲਾਂ ਤੇ ਹੀ ਹਮਲਾ ਕਰ ਦਿੱਤਾ, ਸਥਾਨਕ ਗਿਆਨ ਨੂੰ ਪਾਸੇ ਕਰਕੇ ਅੰਗਰੇਜ਼ੀ ਤੇ ਉਰਦੂ ਨੂੰ ਥੋਪ ਦਿੱਤਾ। ਤੇ ਇਸ ਹਮਲੇ ਦਾ ਸਭ ਤੋਂ ਵੱਡਾ ਹਥਿਆਰ ਸੀ ਭਾਸ਼ਾ, ਪੰਜਾਬੀ, ਲੋਕਾਂ ਦੀ ਬੋਲੀ। ਉਸ ਨੂੰ ਤਾਂ ਪੇਂਡੂ ਬੋਲੀ ਕਹਿ ਕੇ ਖਾਰਿਜ ਕਰ ਦਿੱਤਾ ਗਿਆ ਤੇ ਉਸ ਦੀ ਥਾਂ ਤੇ ਉਰਦੂ ਨੂੰ ਸਰਕਾਰੀ ਭਾਸ਼ਾ ਬਣਾ ਦਿੱਤਾ। ਸੁਨੇਹਾ ਬਿਲਕੁਲ ਸਾਫ਼ ਸੀ, ਜੇ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਪੰਜਾਬੀ ਨੂੰ ਭੁੱਲ ਜਾਓ। ਤੇ ਇਸ ਵਿੱਚ ਕੋਈ ਸ਼ੱਕ ਨਾ ਰੱਖਿਓ, ਇਹ ਇੱਕ ਸੋਚੀ ਸਮਝੀ ਰਾਜਨੀਤਿਕ ਚਾਲ ਸੀ। 1862 ਦਾ ਇਹ ਹਵਾਲਾ ਸਭ ਕੁਝ ਸਾਫ਼ ਕਰ ਦਿੰਦਾ ਹੈ। ਇੱਕ ਬ੍ਰਿਟਿਸ਼ ਅਫਸਰ ਖੁੱਲ੍ਹੇਆਮ ਕਹਿ ਰਿਹਾ ਹੈ ਕਿ ਗੁਰਮੁਖੀ ਨੂੰ ਮੁੜ ਸੁਰਜੀਤ ਕਰਨਾ ਇੱਕ ਰਾਜਨੀਤਿਕ ਗਲਤੀ ਹੋਵੇਗੀ। ਉਹ ਜਾਣਦੇ ਸਨ ਕਿ ਉਹ ਕੀ ਕਰ ਰਹੇ ਸਨ। ਉਹਨਾਂ ਨੂੰ ਡਰ ਸੀ ਕਿ ਇਹ ਭਾਸ਼ਾ ਵਿਰੋਧ ਦਾ ਪ੍ਰਤੀਕ ਬਣ ਸਕਦੀ ਹੈ। ਤੇ ਇਨ੍ਹਾਂ ਸਾਰੀਆਂ ਵਜ੍ਹਾਂ ਕਰਕੇ ਹੀ ਲਾਈਟਨਰ ਦੀ ਰਿਪੋਰਟ ਪੰਥਕ ਯਾਨੀ ਕਿ ਸਿੱਖ ਭਾਈਚਾਰੇ ਦੇ ਨਜ਼ਰੀਏ ਤੋਂ ਇੱਕ ਬੇਹੱਦ ਜ਼ਰੂਰੀ ਦਸਤਾਵੇਜ਼ ਬਣ ਜਾਂਦੀ ਹੈ।
ਕਾਨੂੰਨ ਵਿੱਚ ਇੱਕ ਸ਼ਬਦ ਹੁੰਦਾ ਹੈ, ਮੁਖਾਲਿਫ ਗਵਾਹ, ਮਤਲਬ ਜਦੋਂ ਕੋਈ ਗਵਾਹ ਆਪਣੀ ਹੀ ਧਿਰ ਦੇ ਖਿਲਾਫ ਗਵਾਹੀ ਦੇ ਦੇਵੇ। ਤੇ ਇਤਿਹਾਸ ਦੀ ਕਚਹਿਰੀ ਵਿੱਚ ਲਾਈਟਨਰ ਬ੍ਰਿਟਿਸ਼ ਸਾਮਰਾਜ ਲਈ ਸਭ ਤੋਂ ਵੱਡਾ ਮੁਖਾਲਿਫ ਗਵਾਹ ਬਣ ਗਿਆ। ਉਹ ਸੀ ਤਾਂ ਉਹਨਾਂ ਵਿੱਚੋਂ ਹੀ, ਪਰ ਉਸਦੇ ਆਪਣੇ ਸਬੂਤਾਂ ਨੇ ਉਹਨਾਂ ਨੂੰ ਹੀ ਕਟਹਿਰੇ ਵਿੱਚ ਖੜਾ ਕਰ ਦਿੱਤਾ। ਤਾਂ ਪੰਥਕ ਵਿਦਵਾਨ ਇਸ ਰਿਪੋਰਟ ਨੂੰ ਇੰਨੀ ਅਹਿਮੀਅਤ ਕਿਉਂ ਦਿੰਦੇ ਨੇ? ਖੈਰ, ਕੁਝ ਖਾਸ ਕਾਰਨ ਨੇ। 1, ਇਸ ਸਿਸਟਮ ਦੇ ਅੰਦਰੋਂ ਆਇਆ ਇੱਕ ਇਕਬਾਲਨਾਮਾ ਹੈ। 2, ਇਹ ਸਿਰਫ ਗੱਲਾਂ ਨਹੀਂ ਕਰਦਾ, ਪੱਕੇ ਅੰਕੜੇ ਦਿੰਦਾ ਹੈ। 3, ਇਹ ਸਾਬਿਤ ਕਰਦਾ ਹੈ ਕਿ ਉਹ ਸ਼ਾਨਦਾਰ ਸਿਸਟਮ ਕੋਈ ਕਾਲਪਨਿਕ ਕਹਾਣੀ ਨਹੀਂ, ਸਗੋਂ ਹਕੀਕਤ ਸੀ। ਤੇ ਸ਼ਾਇਦ ਸਭ ਤੋਂ ਜ਼ਰੂਰੀ, ਇਹ ਭਾਈਚਾਰੇ ਦੀ ਆਪਣੀ ਯਾਦਦਾਸ਼ਤ ਤੇ ਮੋਹਰ ਲਾਉਂਦਾ ਹੈ, ਉਹ ਵੀ ਦੂਜੀ ਧਿਰ ਦੇ ਸਬੂਤਾਂ ਨਾਲ। ਅਤੇ ਇਹ ਸਬੂਤ ਸਿਰਫ ਇਤਿਹਾਸ ਦੀਆਂ ਕਿਤਾਬਾਂ ਲਈ ਨਹੀਂ ਸੀ, ਇਸ ਨੇ ਅਸਲ ਵਿੱਚ ਇੱਕ ਲਹਿਰ ਨੂੰ ਜਨਮ ਦਿੱਤਾ। ਇਸ ਸੱਭਿਆਚਾਰਕ ਸੰਕਟ ਦੇ ਜਵਾਬ ਵਿੱਚ ਸਿੰਘ ਸਭਾ ਲਹਿਰ ਵਰਗੀਆਂ ਲਹਿਰਾਂ ਉੱਠੀਆਂ। ਲਾਈਟਨਰ ਦੀ ਰਿਪੋਰਟ ਨੇ ਉਹਨਾਂ ਨੂੰ ਲੋੜੀਂਦਾ ਸਬੂਤ ਦਿੱਤਾ ਤੇ ਇਸੇ ਊਰਜਾ ਦਾ ਨਤੀਜਾ ਸੀ 1892 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਦੀ ਸਥਾਪਨਾ। ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਲਾਈਟਨਰ ਦੀ ਵਿਰਾਸਤ ਕੋਈ ਸਿੱਧੀ-ਸਾਦੀ ਨਹੀਂ ਹੈ। ਇਹ ਕਾਫੀ ਗੁੰਝਲਦਾਰ ਹੈ। ਸਾਨੂੰ ਇਸ ਰਿਪੋਰਟ ਨੂੰ ਇੱਕ ਆਲੋਚਨਾਤਮਕ ਨਜ਼ਰ ਨਾਲ ਦੇਖਣਾ ਚਾਹੀਦਾ ਹੈ। ਹੋ ਸਕਦਾ ਹੈ ਉਸਦੇ ਕੁਝ ਅੰਕੜੇ ਪੂਰੀ ਤਰ੍ਹਾਂ ਸਹੀ ਨਾ ਹੋਣ। ਉਹ ਫਿਰ ਵੀ ਇੱਕ ਯੂਰੋਪੀਅਨ ਸੀ ਜੋ ਪੰਜਾਬੀ ਸੱਭਿਆਚਾਰ ਨੂੰ ਆਪਣੇ ਨਜ਼ਰੀਏ ਤੋਂ ਦੇਖ ਰਿਹਾ ਸੀ। ਤੇ ਇੱਕ ਗੱਲ ਸਾਫ਼ ਹੈ, ਉਹ ਕੋਈ ਕ੍ਰਾਂਤੀਕਾਰੀ ਨਹੀਂ ਸੀ। ਉਹ ਸਾਮਰਾਜ ਨੂੰ ਤੋੜਨਾ ਨਹੀਂ, ਸਗੋਂ ਸੁਧਾਰਨਾ ਚਾਹੁੰਦਾ ਸੀ। ਤੇ ਇੱਥੇ ਸਭ ਤੋਂ ਵੱਡਾ ਵਿਰੋਧਾਭਾਸ ਹੈ ਨਾ? ਲਾਈਟਨਰ ਦੀ ਰਿਪੋਰਟ ਇੱਕੋ ਸਮੇਂ ਦੋ ਚੀਜ਼ਾਂ ਹੈ। ਇਹ ਇੱਕ ਬਸਤੀਵਾਦੀ ਲੇਖਾ-ਜੋਖਾ ਹੈ, ਨੁਕਸਾਨਦਾਇਕ ਹਿਸਾਬ-ਕਿਤਾਬ, ਪਰ ਇਹ ਵਿਰੋਧ ਦਾ ਇੱਕ ਹਥਿਆਰ ਵੀ ਬਣ ਗਈ, ਉਹ ਸਬੂਤ ਜਿਸ ਨੂੰ ਇੱਕ ਭਾਈਚਾਰੇ ਨੇ ਆਪਣੀ ਵਿਰਾਸਤ ਨੂੰ ਮੁੜ ਹਾਸਲ ਕਰਨ ਦੀ ਲੜਾਈ ਵਿੱਚ ਵਰਤਿਆ। ਤਾਂ ਅਖੀਰ ਵਿੱਚ ਅਸੀਂ ਇੱਕ ਵੱਡੇ ਸਵਾਲ ਤੇ ਆ ਖੜੇ ਹੁੰਦੇ ਹਾਂ। ਅਸੀਂ ਹਮੇਸ਼ਾ ਸੁਣਦੇ ਹਾਂ ਕਿ ਇਤਿਹਾਸ ਜੇਤੂਆਂ ਦੁਆਰਾ ਲਿਖਿਆ ਜਾਂਦਾ ਹੈ, ਪਰ ਉਦੋਂ ਕੀ ਹੁੰਦਾ ਹੈ ਜਦੋਂ ਜੇਤੂਆਂ ਵਿੱਚੋਂ ਹੀ ਕੋਈ ਹਾਰ ਦੀ ਕਹਾਣੀ ਲਿਖ ਦਵੇ? ਇਹ ਸਾਨੂੰ ਇਤਿਹਾਸ, ਯਾਦਾਸ਼ਤ ਤੇ ਸਬੂਤ ਦੇ ਅਸਲ ਮਤਲਬ ਬਾਰੇ ਮੁੜ ਸੋਚਣ ਲਈ ਮਜਬੂਰ ਕਰਦਾ ਹੈ।